everyone, welcome or welcome back to my channel. This is Praneet. I hope you all are fit as a fiddle. So yes guys, आज ਆਪਾਂ डिस्कस करेंगे few important tips and tricks किस दे related exam दे related a day before exam. टिप्स ਜਿਹੜੀਆਂ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਅਸਿਸਟ ਕਰਨਗੀਆਂ ਜਦੋਂ ਤੁਹਾਡਾ ਐਗਜ਼ਾਮ ਹੈ ਉਸ ਤੋਂ ਇੱਕ ਦਿਨ ਪਹਿਲਾਂ ਐਂਡ ਗਾਇਜ਼ ਇਫ ਯੂ ਹੈਵ ਐਨ ਐਗਜ਼ਾਮ ਟੁਮਾਰੋ ਦੈਨ ਦਿਸ ਵੀਡੀਓ ਇਜ਼ ਇੰਟਾਇਰਲੀ ਫॉर ਯੂ ਇਸ ਨੂੰ ਦੇਖੋ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਉਹ ਵਾਲੀਆਂ ਟਿਪਸ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ ਜਿਹਦੇ ਤੁਸੀਂ ਵਰਕ ਕਰਨਾ ਅ ਡੇ ਬਿਫੋਰ ਐਗਜ਼ਾਮ ਮੀਨਸ ਕੱਲ ਤੁਹਾਡਾ ਐਗਜ਼ਾਮ ਹੈ ਅੱਜ ਤੁਸੀਂ ਕੀ ਕਰੋ ਕੱਲ ਤੁਹਾਡਾ ਐਗਜ਼ਾਮ ਹੈ ਕੱਲ ਮਾਰਨਿੰਗ ਉੱਠ ਕੇ ਤੁਸੀਂ ਕੀ ਕਰੋ ਐਂਡ ਯੈਸ ਜਦੋਂ ਤੁਸੀਂ ਟੈਸਟ ਸੈਂਟਰ ਦੇ ਵਿੱਚ ਪਹੁੰਚ ਕੇ ਉੱਥੇ ਤੁਸੀਂ ਕਿਹੜੀਆਂ ਟਿਪਸ ਦਾ ਧਿਆਨ ਰੱਖਣਾ ਹੈ ਵਿਦਆਊਟ ਐਨੀ ਡਿਲੇ ਲੈਟਸ ਗੈਟ ਸਟਾਰਟਡ ਓਕੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਟਿਪਸ ਜਿਹੜੀਆਂ ਜ਼ਰੂਰੀ ਨੇ ਵਿਚ ਆਰ ਰਿਕੁਆਇਰਡ ਅ ਡੇ ਬਿਫੋਰ ਐਗਜ਼ਾਮ ਮੀਨਸ ਕੱਲ ਤੁਹਾਡਾ ਐਗਜ਼ਾਮ ਹੈ ਅੱਜ ਤੁਸੀਂ ਕੀ ਕਰਨਾ ਹੈ ਦੇਖੋ ਸਭ ਤੋਂ ਪਹਿਲਾ ਨੰਬਰ 1 ਇੰਪੋਰਟੈਂਟ ਟਿਪ ਇਜ਼ ਸਟਾਪ ਪ੍ਰੈਕਟਿਸਿੰਗ ਸਟਾਪ ਪ੍ਰੀਪੇਅਰਿੰਗ ਜੋ ਵੀ ਕਰਨਾ ਹੈ ਹੁਣ ਇੱਥੇ ਤੱਕ ਹੋ ਚੁੱਕਿਆ ਮਤਲਬ ਹੁਣ ਤੁਸੀਂ ਇੱਕ ਫਾਈਨਲ ਸਟੇਜ ਤੇ ਪਹੁੰਚ ਚੁੱਕੇ ਹੋ ਜਦੋਂ ਤੁਸੀਂ ਆਪਣਾ ਐਗਜ਼ਾਮ ਡਿਲੀਵਰ ਕਰਨ ਜਾ ਰਹੇ ਹੋ ਟੁਮਾਰੋ ਮਤਲਬ ਕੱਲ ਤੁਸੀਂ ਆਪਣਾ ਐਗਜ਼ਾਮ ਡਿਲੀਵਰ ਕਰਨ ਜਾ ਰਹੇ ਹੋ ਸੋ ਗਾਇਜ਼ ਹੁਣ ਕੁਝ ਵੀ ਐਕਸਟਰਾ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕੁਝ ਵੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਨਹੀਂ ਹੈ ਐਂਡ ਯੈਸ ਇੱਕ ਕੰਮ ਤੁਸੀਂ ਕਰ ਸਕਦੇ ਹੋ ਇਫ ਯੂ ਆਰ ਕੈਪੇਬਲ ਮਤਲਬ ਤੁਹਾਡੀ ਕੈਪੈਸਿਟੀ ਹੈ ਤੁਹਾਨੂੰ ਲੱਗਦਾ ਕਿ ਕਰਨਾ ਚਾਹੀਦਾ ਹੈ अर्ਲੀ ਮਾਰਨਿੰਗ ਮੀਨਸ ਕੱਲ ਤੁਹਾਡਾ ਐਗਜ਼ਾਮ ਹੈ ਅੱਜ ਤੁਸੀਂ ਕੀ ਕਰ ਸਕਦੇ ਹੋ ਇੱਕ ਫੁੱਲ ਮੌਕ ਟੈਸਟ ਤੁਸੀਂ ਦੇ ਸਕਦੇ ਹੋ ਫੁੱਲ ਮੌਕ ਟੈਸਟ ਜਦੋਂ ਤੁਸੀਂ ਦਓਗੇ ਨਾ ਉਹ ਤੁਹਾਨੂੰ ਬਹੁਤ ਜ਼ਿਆਦਾ ਵੇਜ਼ ਦੇ ਵਿੱਚ ਹੈਲਪ ਕਰੇਗਾ ਲਾਈਕ ਨੰਬਰ 1 you will come to know ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਤੁਹਾਨੂੰ ਉੱਥੇ ਆ ਸਕਦੀਆਂ ਨੇ ਕਿਸੇ ਵੀ ਮੋਡਿਊਲ ਦੇ ਰਿਗਾਰਡਿੰਗ ਹੈ ਨਾ ਸੈਕਿੰਡ ਇਸ ਕਿ ਮੈਂ 3 ਘੰਟੇ ਦਾ ਪੇਪਰ ਹੈ 3 ਤੋਂ ਜ਼ਿਆਦਾ 4.5 ਘੰਟੇ ਉੱਥੇ ਲੱਗ ਜਾਂਦੇ ਕਿ ਇੰਨਾ ਲੰਬਾ ਟਾਈਮ ਮੈਂ ਉੱਥੇ ਬੈਠ ਸਕਦਾ ਜਾਂ ਨਹੀਂ ਬੈਠ ਸਕਦਾ ਜੇ ਪਹਿਲੇ ਦਿਨ ਤੁਹਾਨੂੰ ਪ੍ਰੋਬਲਮਸ ਫੇਸ ਹੋਈਆਂ ਓਬਵੀਅਸਲੀ ਸੈਕਿੰਡ ਡੇ ਵੀ ਹੋਣਗੀਆਂ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਪ੍ਰਾਇਰ ਹੀ ਐਨਕਾਊਂਟਰ ਕਰ ਲਓਗੇ ਐਂਡ ਉਹਨਾਂ ਨੂੰ ਅਵੋਇਡ ਕਰੋਗੇ ਹੈ ਨਾ ਥਰਡ ਇਜ਼ ਕੁਝ ਸਿਲੀ ਮਿਸਟੇਕਸ ਹੋਣਗੀਆਂ ਜਿਹੜੀਆਂ ਤੁਸੀਂ ਫਸਟ ਟਾਈਮ ਜਦੋਂ ਅਪੀਅਰ ਹੋ ਰਹੇ ਹੋ ਉਦੋਂ ਕਰਕੇ ਆਓਗੇ ਤਾਂ ਜਦੋਂ ਇੱਕ ਦਿਨ ਪਹਿਲਾਂ ਉਹ ਸਾਰੀਆਂ ਨੂੰ ਫੇਸ ਕਰੋਗੇ ਸਾਰੀਆਂ ਮਿਸਟੇਕਸ ਨੂੰ ਐਨਕਾਊਂਟਰ ਕਰੋਗੇ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਉਹ ਵਾਲੀਆਂ ਤਾਂ ਐਟਲੀਸਟ ਉਹ ਵਾਲੀਆਂ ਮਿਸਟੇਕਸ ਤੁਸੀਂ ਫਾਈਨਲ ਪੇਪਰ ਵਾਲੇ ਦਿਨ ਤਾਂ ਉਹਨਾਂ ਨੂੰ ਪ੍ਰੋਪਰ ਅਵੋਇਡ ਕਰੋਗੇ ਬਿਕਾਜ਼ ਉਹ ਤੁਹਾਡਾ ਮਾਈਂਡਸੈਟ ਬਣ ਜਾਏਗਾ ਕਿ ਕੱਲ ਮੈਂ ਇਹ ਗਲਤੀਆਂ ਕੀਤੀਆਂ ਸੀ ਅੱਜ ਮੈਂ ਕੌਨਸ਼ੀਅਸਲੀ ਬੈਠਣਾ ਪ੍ਰੀਸਾਈਜ਼ਲੀ ਸਾਰਾ ਕੁਝ ਕਰਨਾ ਇਹ ਮਿਸਟੇਕਸ ਅੱਜ ਮੈਂ ਰਿਪੀਟ ਨਹੀਂ ਕਰਨੀਆਂ ਠੀਕ ਹੈ ਸੋ ਇਹ ਤੁਹਾਨੂੰ ਹੈਲਪ ਕਰ ਸਕਦਾ ਬਟ ਉਸ ਤੋਂ ਬਾਅਦ ਇੱਕ ਮੌਕ ਟੈਸਟ ਦੇ ਲਿਆ ਮਾਰਨਿੰਗ ਉਸ ਤੋਂ ਬਾਅਦ ਕੁਝ ਵੀ ਪ੍ਰੈਕਟਿਸ ਨਾ ਕਰੋ ਕੁਝ ਵੀ ਨਵਾਂ ਪ੍ਰਿਪੇਅਰ ਨਾ ਕਰੋ ਲਰਨ ਨਾ ਕਰੋ ਬਸ ਆਪਣੇ ਮਾਈਂਡ ਨੂੰ ਰਿਲੈਕਸ ਕਰੋ ਕਲੀਅਰ ਸੈਕਿੰਡ ਇਜ਼ ਟੂ ਰਿਵਿਊ ਯੂਰ ਸਟ੍ਰੈਟੇਜੀਜ਼ ਯੈਸ ਇਸ ਦਾ ਮਤਲਬ ਕੀ ਹੈ ਦੇਖੋ ਹੁਣ ਹਰ ਇੱਕ ਪਰਸਨ ਹਰ ਇੱਕ ਸਟੂਡੈਂਟ ਦਾ ਇੱਕ ਡਿਫਰੈਂਟ ਮਾਈਂਡਸੈਟ ਹੁੰਦਾ ਜਿਸ ਵਿਊ ਪੁਆਇੰਟ ਦੇ ਨਾਲ ਜਿਸ ਐਂਗਲ ਦੇ ਨਾਲ ਮੈਂ ਕੋਈ ਚੀਜ਼ਾਂ ਦੇਖ ਰਹੀ ਹਾਂ ਹਨਾ ਇੱਕ ਮੋਡਿਊਲ ਨੂੰ ਦੇਖ ਰਹੀ ਹਾਂ ਜਾਂ ਉਸ ਨੂੰ ਕਰਨ ਦਾ ਵੇ ਆਊਟ ਇਸ ਨੂੰ ਕਰਨ ਦਾ ਤਰੀਕਾ ਮੇਰਾ ਡਿਫਰੈਂਟ ਹੈ ਤੁਹਾਡਾ ਡਿਫਰੈਂਟ ਹੈ ਕਿਸੇ ਹੋਰ ਦਾ ਡਿਫਰੈਂਟ ਹੈ ਸੋ ਤੁਸੀਂ ਉਹ ਵਾਲੀਆਂ ਜਿਹੜੀਆਂ ਤੁਹਾਡੀਆਂ ਸਟ੍ਰੈਟੇਜੀਜ਼ ਹੁੰਦੀਆਂ ਨੇ ਤੁਹਾਡੀਆਂ ਆਪਣੀਆਂ ਟਿਪਸ ਐਂਡ ਟ੍ਰਿਕਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਰਿਵਿਊ ਕਰੋ ਲਾਈਕ ਅਗਰ ਰਾਈਟਿੰਗ ਹੈ ਰਾਈਟਿੰਗ ਦੇ ਵਿੱਚ ਤੁਸੀਂ ਕੀ ਰਿਵਿਊ ਕਰ ਸਕਦੇ ਹੋ ਕਿ ਮੈਂ ਦੋਨੋਂ ਟਾਸਕ ਦੀਆਂ ਜਦੋਂ ਸਟੇਟਮੈਂਟ ਆਉਣਗੀਆਂ ਉਹਨਾਂ ਨੂੰ ਪ੍ਰੀਸਾਈਜ਼ਲੀ ਐਂਡ ਐਟ ਲੀਸਟ ਮੈਂ ਟਵਾਈਸ ਉਹਨਾਂ ਨੂੰ ਰੀਡ ਕਰਨਾ ਹੈ ਨਾ ਰੀਡ ਕਰਨ ਤੋਂ ਬਾਅਦ ਮੈਂ ਕੀਵਰਡਸ ਫਾਈਂਡ ਆਊਟ ਕਰਨੇ ਨੇ ਦੈਨ ਮੈਂ ਬ੍ਰੇਨਸਟੋਰਮਿੰਗ ਕਰੂੰਗਾ ਉਹਦੇ ਵਿੱਚ ਮੈਂ ਕੀ ਕਰੂੰਗਾ ਵੋਕੈਬਲਰੀ ਦੇਖੂੰਗਾ ਇੱਕ ਲੇਆਊਟ ਪਹਿਲਾਂ ਤੋਂ ਹੀ ਤਿਆਰ ਕਰੂੰਗਾ ਐਂਡ ਐਂਡ ਦੇ ਵਿੱਚ ਮੈਂ ਪ੍ਰੂਫ ਰੀਡਿੰਗ ਜ਼ਰੂਰ ਕਰਕੇ ਆਊਂਗਾ ਕਲੀਅਰ ਐਸ ਰਾਈਟਿੰਗ ਸਭ ਤੋਂ ਪਹਿਲਾਂ ਅਸੀਂ ਹੁਣ ਪਰਫਾਰਮ ਕਰਦੇ ਹਾਂ ਤਾਂ ਰਾਈਟਿੰਗ ਦੀ ਹੀ ਪਹਿਲਾਂ ਆਪਾਂ ਗੱਲ ਕੀਤੀ ਹੈ ਸੈਕਿੰਡ ਇਜ਼ ਆਈ ਐਮ ਗੋਇੰਗ ਟੂ ਪਰਫਾਰਮ ਰੀਡਿੰਗ ਰੀਡਿੰਗ ਦੇ ਟਾਈਮ ਮੈਂ ਕੀ ਕਰ ਸਕਦਾ ਰੀਡਿੰਗ ਦੇ ਟਾਈਮ ਮੈਂ ਕਰੂੰਗਾ ਮੈਂ ਬਹੁਤ ਕੌਨਸੈਂਟਰੇਸ਼ਨ ਦੇ ਨਾਲ ਉੱਥੇ ਬੈਠੂੰਗਾ ਹੈ ਨਾ ਮੇਰਾ ਧਿਆਨ ਇੱਧਰ ਉੱਧਰ ਬਿਲਕੁਲ ਵੀ ਨਹੀਂ ਜਾਊਗਾ ਦੇਖੋ ਉੱਥੇ ਬਹੁਤ ਜ਼ਿਆਦਾ ਐਲੀਮੈਂਟਸ ਹੁੰਦੇ ਨੇ ਜਿਹੜੇ ਤੁਹਾਨੂੰ ਡਿਸਟਰਬ ਵੀ ਕਰਨਗੇ ਹੈ ਨਾ ਕਈ ਵਾਰ ਮੈਂ ਇਹ ਵੀ ਨੋਟਿਸ ਕੀਤਾ ਕਿ ਬਹੁਤ ਸਟੂਡੈਂਟਸ ਨਾ ਇੱਕ ਦੂਜੇ ਨੂੰ ਬੁਲਾਉਂਦੇ ਰਹਿੰਦੇ ਨੇ ਦੇਖੋ ਉੱਥੇ ਕੋਈ ਹੈਲਪ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਬਿਕਾਜ਼ ਡਿਸਟੈਂਸ ਵੀ ਹੁੰਦਾ ਸਟੂਡੈਂਟਸ ਦੇ ਵਿੱਚ ਕੋਈ ਚੀਟਿੰਗ ਨਹੀਂ ਹੋ ਸਕਦੀ ਉੱਥੇ ਪਰ ਫਿਰ ਵੀ ਸਟੂਡੈਂਟਸ ਟਰਾਈ ਕਰਦੇ ਰਹਿੰਦੇ ਨੇ ਇਹਦੇ ਨਾਲ ਤੁਸੀਂ ਖੁਦ ਤਾਂ ਡਿਸਟਰਬ ਹੁੰਦੇ ਹੀ ਹੋ ਪਰ ਜਿਹੜਾ ਨਾਲ ਬੰਦਾ ਬੈਠਾ ਨਾ ਉਹ ਵੀ ਡਿਸਟਰਬ ਹੁੰਦਾ ਸੋ ਗਾਈਜ਼ ਇਹ ਚੀਜ਼ਾਂ ਅਵੋਇਡ ਕਰੋ ਪਲੀਜ਼ ਇਹਨਾਂ ਨੂੰ ਤਾਂ ਨਾ ਹੀ ਕਰੋ ਠੀਕ ਹੈ ਓਕੇ ਰੀਡਿੰਗ ਦੇ ਵਿੱਚ ਮੈਂ ਕਨਸੈਂਟਰੇਸ਼ਨ ਦੇ ਨਾਲ ਬੈਠੂੰਗਾ ਤੇ ਮੇਰੀਆਂ ਆਲਰੇਡੀ ਸਟ੍ਰੈਟੇਜੀਜ਼ ਨੇ ਲਾਈਕ ਅਗਰ ਟਰੂ ਫਾਲਸ ਹੋਣਗੇ ਮੈਨੂੰ ਪਤਾ ਹੈ ਕਿ ਮੈਂ ਪਹਿਲਾਂ ਆਪਸ਼ਨਸ ਪੜ੍ਹਨੇ ਆ ਫਿਰ ਪੈਸੇਜ ਪੜ੍ਹਨਾ ਐਂਡ ਔਨ ਦਾ ਅਦਰ ਹੈਂਡ ਜਦੋਂ ਮੈਚਿੰਗ ਹੈਡਿੰਗਸ ਆਉਣਗੇ ਮੈਨੂੰ ਪਤਾ ਕਿ ਮੈਂ ਪਹਿਲਾਂ ਪੈਸੇਜ ਪੜ੍ਹਨਾ ਫਿਰ ਆਪਸ਼ਨਸ ਨੂੰ ਗੋ ਥਰੂ ਕਰਨਾ ਇਹ ਮੇਰੀਆਂ ਆਪਣੀਆਂ ਸਟ੍ਰੈਟੇਜੀਜ਼ ਨੇ ਮੈਂ ਆਪਣੀਆਂ ਦੱਸਣੀਆਂ ਤੁਹਾਡੀਆਂ ਆਪਣੀਆਂ ਸਟ੍ਰੈਟੇਜੀਜ਼ ਹੋਣਗੀਆਂ ਹਨਾ ਉਹਨਾਂ ਨੂੰ ਤੁਸੀਂ ਰਿਵਿਊ ਕਰਨਾ ਕਿ ਮੈਂ ਇਸ ਤਰੀਕੇ ਨਾਲ ਇਹ ਮਾਈਂਡਸੈਟ ਦੇ ਨਾਲ ਇਹ ਮੇਰੀ ਸਟ੍ਰੈਟੇਜੀ ਹੈ ਇਹ ਮੇਰੀਆਂ ਟਿਪਸ ਨੇ ਮੈਂ ਇਸ ਤਰੀਕੇ ਨਾਲ ਪੇਪਰ ਨੂੰ ਪਰਫਾਰਮ ਕਰਨਾ ਹੈ ਹੌਲੀ ਹੌਲੀ ਠੀਕ ਹੈ ਸੈਕਿੰਡ ਇਜ਼ ਮੈਂ ਕੋਈ ਵੀ ਪੈਸੇਜ ਕੋਈ ਵੀ ਸੈਂਟੈਂਸ ਹਰੀ ਦੇ ਵਿੱਚ ਨਹੀਂ ਰੀਡ ਕਰੂੰਗਾ ਜਲਦੀ ਨਹੀਂ ਰੀਡ ਕਰੂੰਗਾ ਮੈਨੂੰ ਸਮਝੂੰਗਾ ਫਿਰ ਆਨਸਰਸ ਨੂੰ ਮਾਰਕ ਕਰੂੰਗਾ थर्ड इज व्हेन इट कम्स टू लिसनिंग सब तो पहला तो मैं कॉन्सेंट्रेशन बना के रखूंगा मेरा माइंड बिल्कुल खाली होगा आलतू फालतू चीज़ों मैं साइड ते रख के सिर्फ अपने एग्जाम पे फोकस करूंगा सैकेंड इस मैं रिकॉर्डिंग्स नूं ध्यान नाल सुनूंगा एंड यस जो रिकॉर्डिंग्स चल रही होंगी साइमल्टेनियसली मैं क्वेश्चंस नूं भी गो थ्रू करूंगा एंड दे विच मैं अपने स्पैलिंग्स चैक करूंगा मीनस प्रूफ रीडिंग जरूर करके आऊँगा यस बिफोर स्पीकिंग लई हुण सानूं थोड़ा टाइम मिल जाता बिकॉज ये पहला हुंदी है या बाद दे विच हुंदी है ना
ਤਾਂ ਉਦੋਂ ਸਪੀਕਿੰਗ ਤੋਂ ਮੈਂ ਕੀ ਕਰੂੰਗਾ, ਸਪੀਕਿੰਗ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇਮੇਜਿਨ ਕਰ ਸਕਦਾ ਕਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਸਪੀਕਿੰਗ ਦੇਣ ਜਾ ਰਿਹਾ। ਦੇਖੋ ਜਦੋਂ ਤੁਸੀਂ ਖੁਦ ਨੂੰ ਇਮੇਜਿਨ ਕਰੋਗੇ ਨਾ ਉਸ ਸਿਚੁਏਸ਼ਨ ਦੇ ਵਿੱਚ, ਫਿਰ ਤੁਸੀਂ ਦੇਖੋਗੇ ਕਿ ਮੈਂ ਉਸ ਦਿਨ ਡਰੈਸਅਪ ਕਿਵੇਂ ਕਰਕੇ ਜਾਊਂਗਾ, ਹੈ ਨਾ, ਹਾਊ ਆਈ ਡਰੈਸਅਪ, ਹਾਊ ਆਈ ਐਂਟਰ ਦਾ ਰੂਮ, ਮੈਂ ਰੂਮ ਦੇ ਵਿੱਚ ਕਿਸ ਤਰ੍ਹਾਂ ਐਂਟਰ ਕਰੂੰਗਾ, ਮੈਂ ਐਗਜ਼ਾਮੀਨਰ ਨੂੰ ਇਸ ਤਰ੍ਹਾਂ ਗ੍ਰੀਟ ਕਰਨਾ ਜਾ ਕੇ, ਮੈਂ ਇਸ ਤਰ੍ਹਾਂ ਸਿਟ ਕਰਨਾ ਉੱਥੇ, ਇਸ ਤਰ੍ਹਾਂ ਸਿਟ ਪ੍ਰੋਪਰਲੀ, ਮੇਰਾ ਪੋਸਚਰ ਇਹ ਹੋਣਾ ਚਾਹੀਦਾ ਹੈ, ਮੇਰੀ हैंड मूवमेंट इन्नी होएगी या इन्नी नहीं होएगी, मैं इस तरह पोलाइट वे दे आंसर्स करने ने, ये सारा तुसी बिफोर स्पीकिंग खुद नू इमेजिन करके एक व्यू पॉइंट बना के, है ना, विजुअलाइज कर सकते हो चीज़ों नू। एंड यस, इसकी तुसी प्रैक्टिस भी कर सकते हो इन द मिरर, मिरर दे विच प्रैक्टिस करो तो तुहानू बहुत ज़्यादा एक अलग ही विजुअलाइजेशन तुसी एग्जामिन करोगे, इनकाउंटर करोगे कि मैं इस तरीके नाल उत्थे डिलीवर करके आना है अपना एग्जाम। नैक्सट थर्ड इंपॉर्टेंट टिप इस हुण देखो सानू सारिਆਂ ਨੂੰ पता है ਜਦੋਂ मतलब साडा प्रैक्टिस टाइम ਹੁੰਦਾ ना, ਅਸੀਂ प्रिपरेशन करते हैं 1 मंथ 2 मंथ या 15 डेज जिन्ना भी टाइम ਹੁੰਦਾ, ਉਦੋਂ ਅਸੀਂ ਇੱਕ ਅਲੱਗ ਤੋਂ ਲਿਸਟ ਬਣਾ ਕੇ ਰੱਖਦੇ ਹੁੰਦੇ ਆ ਇੰਪੋਰਟੈਂਟ। ਮੈਂ ਹਮੇਸ਼ਾ ਕਹਿੰਦੀ ਹਾਂ ਵੋਕੈਬਲਰੀ ਨੂੰ ਅਲੱਗ ਕਾਪੀ ਤੇ ਲਿਖੋ, ਸਪੈਲਿੰਗਸ ਜਿਹੜੇ ਗਲਤ ਨੇ ਉਹਨਾਂ ਨੂੰ ਅਲੱਗ ਕਾਪੀ ਤੇ ਲਿਖੋ, ਉਹਨਾਂ ਨੂੰ ਰਿਵਿਊ ਕਰੂੰਗਾ ਬਿਫੋਰ ਅ ਡੇ ਬਿਫੋਰ ਐਗਜ਼ਾਮ। ਸਪੈਲਿੰਗਸ ਮੈਂ ਸਾਰੇ ਦੇਖੂੰਗਾ ਕਿ ਮੇਰੇ ਇਹ ਚੀਜ਼ਾਂ ਸਪੈਲਿੰਗਸ ਗਲਤ ਹੋ ਰਹੇ ਨੇ ਤਾਂ ਕਿ ਮੈਂ ਇਹਨਾਂ ਨੂੰ ਰਿਪੀਟ ਗਲਤੀ ਰਿਪੀਟ ਨਾ ਕਰਾਂ। ਵੋਕੈਬਲਰੀ ਮੈਂ ਇੱਕ ਵਾਰ ਗੋ ਥਰੂ ਕਰ ਲੂੰਗਾ, ਮੈਨੂੰ ਇਹ ਵਾਲੀ ਵੋਕੈਬਲਰੀ ਪਰਟੀਕੂਲਰ ਟੌਪਿਕਸ ਦੇ ਅਕੋਰਡਿੰਗ ਮੈਂ ਵੋਕੈਬਲਰੀ ਲਿਖੀ ਹੋਈ ਹੈ ਕਿ ਮੈਂ ਇਹਨੂੰ ਗੋ ਥਰੂ ਕਰ ਲਾਂ, ਠੀਕ ਹੈ। फोर्थ इंपॉर्टेंट टिप इज ਤੁਸੀਂ ਇੱਕ ਦਿਨ ਪਹਿਲਾਂ ਹੀ ਪ੍ਰਿਪੇਅਰ ਹੋ ਜਾਓਗੇ, ਪ੍ਰਿਪਰੇਸ਼ਨ ਕਰ ਲਓਗੇ ਦ ਥਿੰਗਸ ਵਿਚ ਯੂ ਰਿਕੁਆਇਰ ਔਨ ਦ ਡੇ ਆਫ ਐਗਜ਼ਾਮ, ਹੈ ਨਾ, ਲਾਈਕ ਪਹਿਲਾਂ ਤੋਂ ਹੀ ਆਪਣਾ ਪਾਸਪੋਰਟ ਰੈਡੀ ਰੱਖੋਗੇ ओरिजिनल वन, ठीक है। सेकंड इज फोटो कॉपीज जो भी रिक्वायर्ड ने कन्फर्मेशन दी, पासपोर्ट दी कलर फोटो कॉपी उसनू भी तुसी पहला तो ही फोटो कॉपी करवा के अपने कोल रख लोगे। नैक्सट इज तुसी ਜਿਹੜੀਆਂ ਬਿਲੋਂਗਿੰਗਸ ਲੈ ਕੇ ਜਾਣੀਆਂ ਨੇਗੀਆਂ, ਠੀਕ ਹੈ, ਰਸਤੇ ਦੇ ਵਿੱਚ ਤੁਹਾਨੂੰ ਕੋਈ ਲੋੜ ਪੈ ਸਕਦੀ ਹੈ, ਕੋਈ ਜ਼ਰੂਰਤ ਹੈ, ਉਹਨੂੰ ਪਹਿਲਾਂ ਹੀ ਰੈਡੀ ਕਰ ਲੋਗੇ। ਦਿਸ ਇਜ਼ ਯੋਰ ਸਟੇਸ਼ਨਰੀ ਵਿਚ ਪਲੇਜ਼ ਵੈਰੀ ਕ੍ਰੂਸ਼ੀਅਲ ਰੋਲ। ਤੁਸੀਂ ਪਹਿਲਾਂ ਤੋਂ ਹੀ ਪੈਨਸਿਲ ਇਹ ਨਹੀਂ ਕਿ ਇੱਕ ਲੈ ਕੇ ਚਲੇ ਜਾਓ, ਐਟਲੀਸਟ 2-3 ਪੈਨਸਿਲਸ ਪਹਿਲਾਂ ਤੋਂ ਹੀ ਸ਼ਾਰਪ ਕਰਕੇ ਲੈ ਕੇ ਚਲੋ। ਗੁੱਡ ਇਰੇਜ਼ਰ ਲੈ ਕੇ ਜਾਓ, ਇਹ ਨਹੀਂ ਕਿ ਇਰੇਜ਼ਰ ਮੈਂ ਲੈ ਗਿਆ ਕੋਈ ਘਟੀਆ ਕੁਆਲਿਟੀ ਦੀ, ਉੱਥੇ ਮੈਂ ਬਲੈਕ ਕਰਤੀ ਸਾਰੀ ਸ਼ੀਟ, ਹੈ ਨਾ, ਸ਼ਾਰਪਨਰ ਲੈ ਕੇ ਜਾਓ। ਇਹ ਸਾਰੀਆਂ ਬਿਲੋਂਗਿੰਗਸ ਨੇ ਜਿਹੜੀਆਂ, ਸਾਰਾ ਸਟੇਸ਼ਨਰੀ ਹੈ ਤੁਹਾਡਾ ਪਹਿਲਾਂ ਤੋਂ ਹੀ ਰੈਡੀ ਹੋਣਾ ਚਾਹੀਦਾ ਹੈ, ਠੀਕ ਹੈ। ਨੈਕਸਟ इस तो बिना मैं कोई भी वैल्यूएबल आइटम्स अपने नाल कैरी नहीं करूँगा। एज यू गाइज आर अवेयर कि उत्थे वॉचिस अलाउड नहीं होंगे, फिर भी स्टूडेंट्स वॉच बन के चले जाते हैं, उत्थे अपना इन्ना टाइम वेस्ट करते हैं अपने बिलोंगिंग्स नू डिपॉजिट करवाने के लिए। जो आप अपना एग्जाम देन जाने फाइनल, उदों सानू या तो साडे पेरेंट्स अकंपनी करते हैं या रिलेटिव्स या फ्रेंड्स अकंपनी करते हैं, है ना। तो इट्स बैटर कि जे तुसीं बाय कार जा रहे हो, जो तुहाडे नाल कोई जा रहा है, कोई होर पर्सन तुहाडे नाल जा रहा है, तुसीं कोई भी वैल्यूएबल आइटम पहला तो लैके ना जाओ। जे लैके चले भी गए, तुहाडा मोबाइल फोन, तुहाडा बैग, कोई भी वॉच होगी या इस तरह की कोई भी बिलोंगिंग है, वो पहला ही बाहर ही रख जो, उन्होंने बजाय कि तुसी लैके जाओ। पहला तो तुसी टेस्ट सेंटर दे विच लैके चले गए, फिर तुसी बहुत ज़्यादा टाइम वेस्ट किया उन्होंने डिपॉजिट कराने, उत्थे भी बहुत रश होंदा, एक लंबी लाइन होंदी है, बच्चा उत्थे खड़ा ही एग्जॉस्ट हो जाता, माइंड वैसे ही फ्रैश नहीं रहता, पहला ही एग्जॉस्ट हो जाने हो, तो फिर पेपर का उत्थे 100% तुसी नहीं दे पाते, ठीक है। नैक्सट इज मैं पहला तो ही प्रिपेयर रहना है कि मैं किन्ने बजे घरों तुरना है, मैनू पता है कि इन्ने टाइम का डिस्टेंस है, इन्नी ट्रैफिक है ना, रस्ते दे विच कोई मिसहैप भी हो सकता है। डैट इज मैं इन्ना टाइम घरों पहला चलना है, सो डैट मैं अपने वैन्यू ते प्रॉपर टाइम ते पहुंच सका। एंड यस, तुहानू वैन्यू भी पहला ही क्लीयर होना चाहिए, ये नहीं तुसीं सवेरे जाके वैन्यू लभ रहे हो, पहला तो ही तुहाडा माइंडसैट जां तुहाडे फादर जो भी तुहानू कंपनी कर रहे हैं उन्होंने पता होना चाहिए कि तुहानू प्रॉपर टाइम ते उत्थे पहुंचाना है। नैक्सट इंपॉर्टेंट टिप इज जो तुसीं उत्थे पहला ही माइंडसैट बना लो कि मैं वॉशरूम ड्यूरिंग द एग्जाम का यूज़ करना ही नहीं करना। तुहाडा 3 to 4 आवर्स तुहानू उत्थे लग गए, उस तो पहला मतलब इन्ना तुसीं इन्ना कोई लार्ज ड्रिंक्स हैवी ड्रिंक्स ना लो कि तुहानू ड्यूरिंग द एग्जाम वॉशरूम लिए जाना पै रहा, वो कि तुहाडा पहला ही असीं शॉर्ट ऑफ टाइम होंदे, सानू इन्ना टाइम नहीं हुंदा। एंड वैसे ही उन्हां दे कुछ रूल्स होंदे ने, लाइक ड्यूरिंग द इंस्ट्रक्शंस तुसीं नहीं जा सकते, है ना, या लिसनिंग के जो आंसर लिख रहे हो उदों नहीं जा सकते, इस तरह के कुछ रूल्स होंदे ने। तो फिर अपना टाइम वेस्ट ना करो, पहला तो ही प्रिपेयर रहो कि मैनू उस टाइम ते वॉशरूम ना जाना पवे, मैं उस तो पहला ही जाके आवां, ठीक है। नैक्सट इज ऑलवेज रीच द वेन्यू बिफोर टाइम। बिफोर टाइम तुसीं पहुंचोगे, है ना, तुहाडी रजिस्ट्रेशन पहला होएगी, जो रजिस्ट्रेशन पहला हो जाएगी तो तुहानू टाइम मिलेगा अपनी सीट ते जाके बैठन दे लई ते उत्थे रिलैक्स करन दे लई, उत्थे जाके तुसीं थोड़ा बहुत मैडिटेट कर सकते हो, क्लीयर तो अपना स्ट्रैस है जिहड़ा रिलीव कर सकते हो। फिफ्थ इंपॉर्टेंट टिप हियर इज स्ट्रैस। हुण जे तुहानू एग्जाम तो पहला स्ट्रैस हो रहा गाइज, उहनू पहला ही रिलीव करके जाओ। ਜਦੋਂ ਤੁਸੀਂ एग्जाम ਦੇ ਵਿੱਚ ਜਾਣਾ ਹੈ ਤਾਂ ਤੁਸੀਂ ਫੁੱਲ ਕੌਨਫੀਡੈਂਸ ਹੋਣੀ ਚਾਹੀਦੀ ਹੋ, ਕੌਨਫੀਡੈਂਸ ਪੂਰਾ ਤੁਹਾਡਾ ਬੂਸਟ ਹੋਣਾ ਚਾਹੀਦਾ, ਲੋ ਨਹੀਂ ਹੋਣਾ ਚਾਹੀਦਾ, ਉਹਨੂੰ ਪਹਿਲਾਂ ਹੀ ਰਿਲੀਵ ਕਰੋ। ਲਾਈਕ ਜੇ ਤੁਹਾਨੂੰ ਸਟ੍ਰੈਸ ਹੋ ਰਿਹਾ ਹੈ, ਯੂ ਸ਼ੁਡ ਲਿਸਨ ਟੂ ਯੂਰ ਫੇਵਰੇਟ ਟਿਊਨਸ, ਆਪਣਾ ਫੇਵਰੇਟ ਮਿਊਜ਼ਿਕ ਸੁਣ
लो या फिर कोई छोटी मोटी मूवी देख लो या फिर ਤੁਸੀਂ ਟਾਕਸ ਵੀ ਕਰ ਸਕਦੇ ਹੋ, ਵੀ ਬਹੁਤ ਹੈਲਪ ਕਰਦੀਆਂ ਨੇ ਲਾਈਕ ਆਪਣੇ ਫੈਮਿਲੀ ਦੇ ਨਾਲ ਜਿਹਦੇ ਨਾਲ ਤੁਸੀਂ ਕਲੋਜ਼ ਹੋ, ਆਪਣੀ ਮਦਰ ਦੇ ਨਾਲ, ਫਰੈਂਡ ਦੇ ਨਾਲ, ਕਿਸੇ ਰਿਲੇਟਿਵ ਦੇ ਨਾਲ, ਕਜ਼ਨ ਦੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ ਸੋ ਦੈਟ ਤੁਹਾਡਾ ਜਿਹੜਾ ਸਟ੍ਰੈਸ ਹੈ ਮੇਨ ਪਰਪਸ ਇਜ਼ ਟੂ ਰਿਲੀਵ ਯੂਰ ਸਟ੍ਰੈਸ, ਆਪਣਾ ਸਟ੍ਰੈਸ ਰਿਲੀਵ ਕਰਕੇ ਜਾਓ ਜਾਂ ਫਿਰ ਤੁਸੀਂ ਕੋਈ ਈਵਨਿੰਗ ਵਾਕ ਲੈ ਸਕਦੇ ਹੋ, ਜੋਗਿੰਗ ਕਰ ਸਕਦੇ ਹੋ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਸੀਂ ਕਰ ਸਕਦੇ ਹੋ। ਸੋ ਗਾਈਜ਼ ਇਹ ਸਾਰੀਆਂ ਟਿਪਸ ਤਾਂ ਸੀ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਅ ਡੇ ਬਿਫੋਰ ਐਗਜ਼ਾਮ। ਹੁਣ ਤੁਹਾਡਾ ਐਗਜ਼ਾਮ ਸਪੋਜ਼ ਅੱਜ ਹੈ, ਮॉर्निंग टाइम ऑन द डे ऑफ एग्जाम ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ मॉर्निंग टाइम ਯੂ ਸ਼ੁਡ ਗੈਟ ਅਪ अर्ਲੀ, ਤੁਸੀਂ ਸਵੇਰੇ ਜਲਦੀ ਉੱਠਣਾ ਸੋ ਦੈਟ ਯੂ ਸ਼ੁਡ ਹੈਵ ਇਨਫ ਟਾਈਮ ਟੂ ਗੈਟ ਰੈਡੀ ਟੂ ਪ੍ਰੀਪੇਅਰ ਯੋਰਸੈਲਫ, ਹੈ ਨਾ। ਸਾਨੂੰ ਇੱਕ ਮਤਲਬ ਜੇ ਅਸੀਂ ਟਾਈਮ ਤੇ ਉੱਠਾਂਗੇ ਜਾਂ ਲੇਟ ਹੋ ਜਾਾਂਗੇ ਫਿਰ ਇੱਕ ਹਰੀ ਦੇ ਵਿੱਚ ਰਹਾਂਗੇ, ਉਹ ਪਹਿਲਾਂ ਹੀ ਇੱਕ ਸਟ੍ਰੈਸ ਹੈ, ਪਹਿਲਾਂ ਹੀ ਟੈਨਸ਼ਨ ਹੈ ਤਾਂ ਹੋਰ ਟੈਨਸ਼ਨ ਵੱਧਦੀ ਜਾਏਗੀ, ਪੈਨਿਕ ਹੋਵਾਂਗੇ, ਨਰਵਸ ਹੋਵਾਂਗੇ। ਸੋ ਟਰਾਈ ਟੂ ਗੈਟ ਅਪ अर्ਲੀ, ਠੀਕ ਹੈ। ਪਹਿਲਾਂ ਹੀ ਪ੍ਰੀਪੇਅਰ ਕਰੋ, ਡਰੈਸਅਪ ਪਹਿਲਾਂ ਕਰ ਲਓ, ਸਾਰਾ ਕੁਝ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਉਹ ਪਹਿਲਾਂ ਤੋਂ ਹੀ ਤਿਆਰ ਨੇ, ਫਿਰ ਉਹਨਾਂ ਨੂੰ ਇਕੱਠਾ ਕਰਕੇ ਰੱਖ ਲਓ। क्लियर। सेकेंड इज एग्जाम वाले दिन उत्थे टाइम पे पहुंचो, बिफोर टाइम आई वुड सुजेस्ट उत्थे इज ब्रेकफास्ट। रिगार्डिंग ब्रेकफास्ट मैं ये कहूँगी कि हमेशा वधिया ब्रेकफास्ट करके जाओ, ये नहीं हैवी ब्रेकफास्ट करके जाओ। तुसी घरे 4-5 परांठे खा के चले गए, उत्थे तुसी लथार्जिक फील कर रहे हो, तुहानू नींद आ रही है ना, वो वॉमिट वांगू तुहानू होया पिया, इस तरह तुहानू नहीं होना चाहिए। लाइट ब्रेकफास्ट करो गाइज, बट वधिया ब्रेकफास्ट करके जाओ कि तुहानू सारा दिन की होवे 3 to 4 आवर्स तुहानू उत्थे लगने हैं, टाइम तक तुहानू भुख ना लगे तो तुहानू इन्ना तुसी कोई चीज़ लैके जाओ कि उत्थे एनर्जेटिक फील करो, लथार्जिक ना फील करो। सेकेंड इज आप ऑलरेडी डिस्कस कर चुके हैं, हैवी ड्रिंक्स ना लो, तुहानू पता है कि वॉशरूम जाना बहुत मुश्किल हो जाता है, वो चीज़ां पहला ही मेनटेन करो, पहला ही एक माइंडसैट अपना बना के रखो। लास्ट थिंग, जिस दिन ਤੁਹਾਡਾ एग्जाम है, एग्जाम तो पहला गाइज कदे भी नवा चीज़ कुछ भी लर्न ना करो। मैं स्टूडेंट्स ਨੂੰ ਦੇਖਿਆ ਸਪੋਜ਼ ਉਹ 1 ਘੰਟਾ ਪਹਿਲਾਂ ਆਪਣੀ ਵੈਨਿਊ ਤੇ ਪਹੁੰਚ ਗਏ, ਉੱਥੇ ਜਾ ਕੇ ਉਹ ਕੀ ਕਰ ਰਹੇ ਨੇ, ਸਪੈਲਿੰਗਸ ਰਿਵਾਈਜ਼ ਕਰ ਰਹੇ ਨੇ, ਵੋਕੈਬਲਰੀ ਰਿਵਾਈਜ਼ ਕਰ ਰਹੇ ਨੇ। ਕਈ ਸਟੂਡੈਂਟਸ ਤਾਂ ਮੈਂ ਵੀ ਦੇਖਿਆ ਪੂਰੇ ਦਾ ਪੂਰਾ ਐਸੇ ਹੀ ਰਿਵਾਈਜ਼ ਕਰ ਰਹੇ ਨੇ। ਗਾइज ਡੋਂਟ ਡੂ ਦਿਸ, ਇਹ ਚੀਜ਼ਾਂ ਨਾ ਕਰੋ, ਇਹ ਚੀਜ਼ਾਂ ਤੁਹਾਨੂੰ ਹੋਰ ਟੈਨਸ਼ਨ ਦੇ ਵਿੱਚ ਲੈ ਕੇ ਆਉਣਗੀਆਂ, ਸਟ੍ਰੈਸ ਬਿਲਡ ਕਰਨਗੀਆਂ। ਮੇਨ ਪਰਪਸ ਇਜ਼ ਟੂ ਰਿਲੀਵ ਯੋਰ ਸਟ੍ਰੈਸ ਬਿਫੋਰ ਐਗਜ਼ਾਮ, ਤਾਂ ਕਿ ਐਗਜ਼ਾਮ ਦੇ ਵਿੱਚ ਜਾ ਕੇ ਤੁਸੀਂ ਪ੍ਰੋਪਰ ਕਨਸੈਂਟਰੇਸ਼ਨ ਦੇ ਨਾਲ ਬੈਠ ਸਕੋ, ਠੀਕ ਹੈ। ਨਾਓ ਤੁਸੀਂ ਐਗਜ਼ਾਮ ਸੈਂਟਰ ਦੇ ਵਿੱਚ ਪਹੁੰਚ ਕੇ ਉੱਥੇ ਜਾ ਕੇ ਤੁਸੀਂ ਕੀ ਕਰਨਾ, ਯੂ ਮਸਟ ਬੀ ਅਵੇਅਰ ਤੁਹਾਡੀ ਰਜਿਸਟ੍ਰੇਸ਼ਨ ਹੋਵੇ, ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੁਝ ਸਾਈਨ ਕਰਾਉਣੇ ਹੁੰਦੇ ਆ, ਫਾਰਮਸ ਫਿਲ ਕਰਾਉਣੇ, ਮੇਰੇ ਸਾਈਨ ਹੋ ਗਏ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਮੇਰਾ ਪਾਸਪੋਰਟ ਆਈਡੀ ਚੈੱਕ ਹੋ ਗਿਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੈਨ ਜਿਵੇਂ ਤੁਹਾਡਾ ਐਗਜ਼ਾਮ ਸਟਾਰਟ ਹੋ ਜਾਂਦਾ ਹੈ, ਸਪੋਜ਼ ਲਿਸਨਿੰਗ ਚੱਲ ਰਹੀ ਹੈ, ਲਿਸਨਿੰਗ ਦੇ ਵਿੱਚ ਤੁਹਾਨੂੰ ਜਿਹੜੇ ਤੁਹਾਡੇ ਹੈਡਫੋਨਸ ਨੇ ਨਾ ਉਹਨਾਂ ਨੂੰ ਤੁਸੀਂ ਟਵਾਈਸ ਔਰ ਥਰਾਈਸ ਚੈੱਕ ਕਰੋ, ਵੋਲਿਊਮ ਨੂੰ ਪਹਿਲਾਂ ਤੋਂ ਹੀ ਐਡਜਸਟ ਕਰ ਲਓ। ਇਹ ਨਹੀਂ ਕਿ ਐਗਜ਼ਾਮ ਸਟਾਰਟ ਹੋ ਗਿਆ, ਰਿਕਾਰਡਿੰਗ ਚੱਲ ਰਹੀ ਹੈ, ਤੁਸੀਂ ਉਦੋਂ ਵੋਲਿਊਮ ਐਡਜਸਟ ਕਰਨ ਤੇ ਲੱਗੇ ਹੋਏ ਹੋ, ਫਿਰ ਤੁਹਾਡੇ 1-2 ਕੁਐਸਚਨਸ ਤਾਂ ਸਟਾਰਟਿੰਗ ਵਾਲੇ ਫਿਲਪਸ ਪੱਕਾ ਨਿਕਲਣਗੇ। सो गाइज दैट्स ऑल फॉर टुडे। आई होप ये टिप्स सारियां तुहाडे लई यूजफुल एंड हैल्पफुल होणगियां। एंड यस जे हैल्पफुल हैगियां ने या तुहानूं कुछ नवां सीखण नूं मिलिया, डू राइट मी इन द कमेंट सैक्शन एंड इन्हां नूं एक बार गो थ्रू करो, इन्हां ते काम करो, डेफिनेटली तुहानूं हैल्प करनगे बिकॉज ये वाली सारियां टिप्स एंड ट्रिक्स या स्ट्रेटजीज लगा लो जिन्हां ने मैनूं भी हमेशा हेल्प कीती है। सो स्टे ट्यून्ड फॉर मोर अपडेट्स। थैंक यू सो मच, बाय बाय, टेक केयर।